जी तो नाजरीन, अगर आप भी इस सीजन में प्याज लगा रहे हैं और आप चाहते हैं कि आप 1 एकड़ से 600 से 700 मन पैदावार लेना चाहते हैं और 20 से 25 लाख रुपए कमाना चाह रहे हैं, तो आज आपको नर्सरी लगाने का तरीका यहाँ पे डॉक्टर इकराम बताएगा कि आपने 600 से 700 मन अगर पैदावार लेनी है तो उसके लिए नर्सरी लगाने का सबसे जो बेहतरीन तरीका है वो आपने पहले कभी नहीं देखा। अभी मैं अड्डा जामियाबाद में मौजूद हूँ और ये ग्रीन गोल्ड का एक प्रोडक्ट है स्कारलेट F1 यूनुस भाई के फार्म पे। आज यहाँ पे हम उसकी नर्सरी लगाने के लिए मौजूद हैं। पीछे नर्सरी की बिजाई हमने कर भी ली है और फार्मर की रहनुमाई के लिए हम यहाँ पे एक वीडियो बनाएंगे कि 600 से 700 मन पैदावार लेने के लिए अपने प्याज की नर्सरी किस तरह तैयार करनी है, क्योंकि ग्रीन गोल्ड का वादा है कि उसने सर्व करना है फार्मिंग कम्युनिटी को फ्रॉम डाउन टू डस्क। तो यूनुस भाई आज हमें मुख्तसर तरीका बताएंगे कि प्याज की नर्सरी लगानी है तो कैसे लगानी है। जी यूनुस भाई, ਪਹਿਲਾਂ ਕਿਆਰੀ ਬਣਾ ਲੈਣੀ ਆ ਜੀ। ਕਿਆਰੀ ਦੇ ਵਿੱਚ ਭਾਲ ਨੂੰ ਛਾਣ ਕੇ ਨਾ ਜਿਹੜੀ ਨਹਿਰ ਦੀ ਭਾਲ ਹੁੰਦੀ ਆ ਉਹ ਖਿਲਾਰਨੀਆਂ ਨੂੰ ਲੇਬਲ ਕਰਨਾ ਵਾ। ਲੇਬਲ ਕਰਨ ਤੋਂ ਬਾਅਦ ਆ ਇੱਕ ਫਰਮਾ ਪਿਆ ਵਾ, ਤੁਹਾਨੂੰ ਦਿਖਾਉਣੇ ਆ। ਇਸ ਤਰੀਕੇ ਨਾਲ ਦੀਆਂ ਲਕੀਰਾਂ ਵੱਜਣੀਆਂ ਵਾ। ਲਕੀਰਾਂ ਮਾਰ ਕੇ ਇਸ ਤਰੀਕੇ ਨਾਲ ਇਹਦੇ ਵਿੱਚ ਬੀਜ ਚਿਣਨਾ ਵਾ। ਬੀਜ ਚਿਣਨ ਤੋਂ ਬਾਅਦ ਇਹਦੇ ਉੱਪਰ ਦਾਣੇਦਾਰ ਦਵਾਈ ਤੇ DAP ਥੱਲੇ ਵੀ ਪਾ ਦੇਣੀ ਆ ਤੇ ਉੱਪਰ ਬੋਰੀ ਦੇ ਵੀ ਪਾ ਦੇਣੀ ਆ। ਬੋਰੀ ਦੇ ਥੱਲੇ ਗੋਬਰ ਤੇ ਜਿਹੜੀ ਹੈਗੀ ਨਾ ਇਹ ਭਾਲ, ਇਹਨਾਂ ਦੋਵਾਂ ਨੂੰ ਮਿਕਸ ਕਰਕੇ ਛਾਣ ਕੇ ਫਿਰ ਬੀਜ ਨੂੰ ਜਿਹੜਾ ਨਾ ਉੱਪਰੋਂ ਢੱਕ ਦੇਣਾ ਕਿ ਜ਼ਿਆਦਾ ਵੀ ਨਾ ਪੈ ਜਾਵੇ, ਹਲਕਾ ਹਲਕਾ ਬੀਜ ਕੱਜਿਆ ਜਾਵੇ। ਉਸ ਤੋਂ ਬਾਅਦ ਉੱਤੇ बोरी पा के फिर पानी लाना ਉਹਨੂੰ। अच्छा रेहान, ये जो फर्मा है ना इसको जरा दिखाएं उठा के, इसके नीचे वाली साइड दिखाएं जरा फार्मर्स को, पास में इसको दिखाएं जरा। ये वो फर्मा है जी जिससे लाइनें बनाते हैं नर्सरी लगाने के लिए। अभी रेहान आप फार्मर्स को ये भी बताएं कि यहाँ पे अगर बल हमने और गोबर की खाद जो मिक्स करनी है वो किस तरह मिक्स करते हैं। यूनुस भाई ਇਹ ਵੀ ਨਾਲ ਦੱਸੋ ਕਿ ਬੈੱਡ ਨੂੰ ਤਿਆਰ ਕਰਨ ਵਾਸਤੇ ਜ਼ਮੀਨ ਕਿੱਦਾਂ ਤਿਆਰ ਕਰਨੀ ਹੈ, ਕਿਸ ਤਰ੍ਹਾਂ ਦੀ ਹੋਣੀ ਚਾਹੀਦੀ ਹੈ। ਜ਼ਮੀਨ ਮੈਰਾ ਭਾਰੀ ਹੋਣੀ ਚਾਹੀਦੀ ਆ। ਉਸ ਤੋਂ ਬਾਅਦ ਇਹਦੇ ਉੱਤੇ ਭਾਲ ਸਿੱਟ ਕੇ ਤੇ ਉਹਨੂੰ ਲੈਵਲ ਦੇ ਵਿੱਚ ਕਰਨਾ ਚਾਹੀਦਾ ਵਾ। ਲੈਵਲ ਕਰਨ ਤੋਂ ਬਾਅਦ ਫਿਰ ਫਰਮੇ ਦੇ ਲਕੀਰਾਂ ਵੱਜਣੀਆਂ ਵਾ। ਠੀਕ ਹੈ। ਅੱਛਾ ਮੈਨੂੰ ਇਹ ਦੱਸੋ ਕਿ ਜਦੋਂ ਕਿਆਰੀ ਵਾਸਤੇ ਨਰਸਰੀ ਵਾਸਤੇ ਕਿਆਰੀ ਤਿਆਰ ਕਰਨੀ ਹੈ, ਗੋਬਰ ਦੀ ਖਾਦ ਤੋਂ ਇਲਾਵਾ ਵੀ ਤੁਸੀਂ ਕੋਈ ਖਾਦ ਇਸਤੇਮਾਲ ਕਰਦੇ ਹੋ? DAP ਉਹ ਤੁਸੀਂ ਕਿੰਨੀ ਪਾਉਂਦੇ ਹੋ? ਫਰਜ਼ ਕਰੋ ਅਗਰ 1 ਏਕੜ ਦੀ ਤੁਸੀਂ ਪਨੀਰੀ ਲਾਣੀ ਆ ਹਾਂਜੀ ਤੇ ਉਹਦੇ ਤੇ ਕਿੰਨੀ ਖਾਦ ਤੁਸੀਂ? ਤਕਰੀਬਨ 3-4 ਕਿਲੋ 3-4 ਕਿਲੋ DAP। ਅੱਛਾ ਉਹ DAP ਪਾਣੀ ਕਿਸ ਤਰ੍ਹਾਂ ਹੈ ਵੀ ਪਾਣੀ ਥੱਲੇ ਵੀ ਆ, ਜਦੋਂ ਬੋਰੀ ਤੋਂ ਪਹਿਲਾਂ ਥੱਲੇ DAP ਔਰ ਦਾਣੇਦਾਰ ਦਵਾਈ ਜਿਹੜੀ ਮਕਈ ਨੂੰ ਦੇਈਦੀ ਆ ਠੀਕ ਹੈ, ਉਹ ਉੱਪਰ ਖਿਲਾਰ ਦੇਣੀ ਆ ਬੀਜ ਦੇ। ਸਹੀ ਹੈ। ਉਸ ਤੋਂ ਬਾਅਦ ਉੱਪਰ ਬੋਰੀ ਦੇ ਕੇ ਨਾ ਜਦੋਂ ਗੋਬਰ ਤੇ ਭਾਲ ਆ ਜਾਣੀ ਆ ਹਾਂਜੀ ਉੱਪਰ ਵੀ ਦਾਣੇਦਾਰ ਤੇ ਉੱਪਰ DAP ਪਾ ਦੇਣੀ ਆ। DAP ਖੁਰਾਕ ਦੇ ਤੌਰ ਤੇ ਇਸਤੇਮਾਲ ਹੋਊਗੀ ਤੇ ਇੱਕ ਇਤਨਾ ਕਿ ਨਾ ਕੀੜਾ ਹੁੰਦਾ ਵਾ ਉਹ ਜ਼ਮੀਨ ਪੜਦਾ ਵਾ, ਦਾਣੇਦਾਰ ਇਸ ਵਾਸਤੇ ਦਿੱਤੀ ਜਾਂਦੀ ਹੈ ਕਿ ਉਹ ਬੀਜ ਖਰਾਬ ਨਾ ਕਰੇ। ਸਹੀ ਹੈ। ਅੱਛਾ ਮੈਨੂੰ ਇਹ ਦੱਸੋ ਕਿ ਜਦੋਂ ਬੀਜ ਲਾਈਨਾਂ ਦੇ ਵਿੱਚ ਰੱਖ ਦੇਣਾ, ਹਾਂਜੀ ਬੀਜ ਰੱਖਣ ਤੋਂ ਬਾਅਦ ਉਹਦੇ ਉੱਤੇ ਜਿਹੜੀ ਭੜਲ ਜਾਂ ਗੋਬਰ ਦੀ ਖਾਦ ਆ ਉਹਦੀ ਤਹਿ ਦੀ ਮੋਟਾਈ ਕਿੰਨੀ ਸਿਰਫ 20 ਲੁਕੇ, ਸਿਰਫ 20 ਹਾਂ 20 ਲੁਕੇ ਉਹਦੇ ਚ 20 ਕੱਜਿਆ ਜਾਵੇ, ਉਤੋਂ ਨੰਗਾ ਨਾ ਰਵੇ ਬੀਜ ਬਸ। ਸਹੀ ਹੈ। ਅੱਛਾ रेहान एक दफा लाइना लगा ਇਹਦੇ ਵਿੱਚ ਵੀ। अच्छा नाल ਇਹ ਵੀ ਦੱਸੋ ਕਿ ਤੁਸੀਂ ਬੀਜ ਰੱਖਣ, ਬੀਜ एक बीज रखना ऐसे करके बेशक केर भी देवे लेकिन 20 एक करके लाइन। अच्छा नाजरीन, यहाँ पे बीज हमने गिरा दिया है और यहाँ पे गोबर की खाद जो है ना भाई यूनुस कली खाद गोबर दी है भाल भी नहीं, भाल ते गोबर दोने मिक्स छानिया हुई जी। अच्छा छाना छान के ਹਾਂਜੀ ਛਾਣਿਆ ਹੋਇਆ ਗੋਬਰ ਤੇ ਭਾਲ ਇਹ ਹੁਣ ਉੱਪਰ ਬੀਜ ਦੇ ਪਾਵਾਂਗੇ। ਹਾਂਜੀ ਬੀਜ ਦੇ ਉੱਤੇ ਪਾ ਦਾਂਗੇ ਜੀ। ਚਲੇ ਜੀ ਦਿਖਾਏ ਭਾਈ यूनुस, ਇਹਨੂੰ ਉੱਪਰ ਪਾਉਣ ਦਾ ਮਕਸਦ ਕੀ ਹੈਗਾ? ਇਹਨੂੰ ਉੱਪਰ ਪਾਉਣ ਦਾ ਬੀ ਲਕਾਉਣ ਦਾ ਮਕਸਦ ਆ। ਬੀ ਦੀ ਜਰਮੀਨੇਸ਼ਨ ਇਹਦੀ ਵਜ੍ਹਾ ਤੋਂ ਹੀ ਹੋਣੀ ਆ, ਉੱਤੇ ਪੈਣੀਆਂ। ठीक है नाजरीन, अभी सीड को हमने गोबर और बल की जो दोनों को हमने मिक्स किया हुआ था वो ऊपर गिरा दिया, सीड को डाल दिया। अब अगला स्टेप है जो पटसन की बोरी है, दिखाओ जरा। ये अब इसको हम कवर कर देंगे सीड को। भाई यूनुस ਇਹ ਪਟਸਨ ਦੀ ਬੋਰੀ ਪਾਣ ਦਾ ਉੱਤੇ ਮਕਸਦ ਕੀ? ਇਹਨੂੰ ਕੋਈ ਧੁੱਪ ਵਗੈਰਾ ਤੋਂ ਬਚਾਉਣ ਵਾਸਤੇ? ਹਾਂਜੀ ਧੁੱਪ ਵਗੈਰਾ ਤੋਂ ਬਚਾਉਣ ਵਾਸਤੇ। ਉਹਦੀ ਜਰਮੀਨੇਸ਼ਨ ਜਿਹੜੀ ਹੈ ਨਾ ਪੂਰੀ ਸਹੀ ਹੋ ਜਾਊਗੀ, ठंडी रहेगी जमीन। ਹਾਂਜੀ ठीक है, ये इस तरह बिछा देना जी इसको। अब अगला स्टेप है ਇਹਨੂੰ ਪਾਣੀ लगाना इस बाद। ਇਸ ਦੇ ਉੱਤੇ DAP ਸਿੱਟਣੀ। अच्छा इसके ऊपर अभी हम खाद भी इसके ऊपर फेंकेंगे DAP। ਹਾਂਜੀ ठीक है, वो एक कैरी ਦੇ ਹਿਸਾਬ ਨਾਲ ਕਿੰਨੀ ਕੁ ਪਏਗੀ ਖਾਦ? ਤਕਰੀਬਨ 1 ਮੁੱਠ। 1 ਮੁੱਠ। ਇਹ कैरी ਦਾ ਸਾਈਜ਼ ਕਿੰਨਾ ਵਾ ਇਹ ਤਕਰੀਬਨ? ਤਕਰੀਬਨ ਐਨ ਹੋਊਗੀ 3.5 ਫੁੱਟ, ਐ 2.5 ਫੁੱਟ। अच्छा 3.5 फुट इसकी लंबाई है और 2.5 फुट इसकी चौड़ाई है। और देसी तरीके से बता रहे जो कहते 1 ਮੁੱਠ DAP ਦੀ ਇਹਦੇ ਵਿੱਚ ਇਸ ਤਰ੍ਹਾਂ ਖਿਲਾਰ ਦੇਣੀ ਹੈਗੀ ਆ ਬੋਰੀ ਦੇ ਉੱਪਰ।
नाजरीन खाद है डीएपी। अभी इसके ऊपर खाद को हम डालेंगे, बोरी के ऊपर खाद डालेंगे। जो ब्रॉडकास्टिंग है ना, छठा मेथड देसी, उस तरीके के बस साथ। बढ़िया। ये नाजरीन अभी इसको हम पानी लगा रहे हैं क्यारी को। भाई यूनस ਹਾਂਜੀ ਇਹ ਦੱਸੋ ਕਿ ਪਾਣੀ ਕਿੰਨਾ ਕੁ ਲਾਣਾ ਹੈ ਕਿਆਰੀ ਅਸੀਂ ਫੁੱਲ ਕਰ ਦੇਣੀ ਹੈ ਕਿਆਰੀ ਜੀ, ਪੂਰੀ ਐਨ ਮੁਕੰਮਲ ਤੌਰ ਤੇ ਚੰਗੀ ਤਰ੍ਹਾਂ ਭਰ ਭਰ ਦੇਣੀ ਦੇਣੀ ਚੰਗੀ ਤਰ੍ਹਾਂ ਹਰ ਰੋਜ਼ ਸ਼ਾਮ ਨੂੰ ਫਿਰ ਪਾਣੀ ਲਾਉਣਾ। ਰੋਜ਼ ਸ਼ਾਮ ਨੂੰ। ਹਾਂਜੀ ਠੀਕ ਹੈ। ਜਿੰਨੀ ਦੇਰ ਤੱਕ ਨਿਕਲੇ ਨਾ, ਜਦੋਂ ਨਿਕਲ ਗਈ ਬੋਰੀ ਚੱਕਦਾ ਨਹੀਂ ਆ। ਉਸ ਤੋਂ ਬਾਅਦ ਬੋਰੀ ਤੋਂ ਬਾਅਦ ਫਿਰ ਹਰ ਰੋਜ਼ ਇਸ ਤਰੀਕੇ ਨਾਲ ਪਾਣੀ ਪੈਪ ਨਾਲ ਹਲਕਾ ਹਲਕਾ ਲਾ ਦਿਆ ਕਰਨਾ। ਹਰ ਬੋਰੀ ਰੋਜ਼। ਕਿੰਨੇ ਦਿਨਾਂ ਬਾਅਦ ਚੱਕਣੀ? ਜਦੋਂ ਉਗਾਓ ਹੋ ਗਿਆ ਇਹਦਾ ਥੱਲੇ ਕਿੰਨੇ ਦਿਨਾਂ ਚ ਉਗਾਓ ਹੋਏਗਾ? ਤਕਰੀਬਨ 8-7 ਦਿਨ ਲੱਗ ਜਾਣੇ ਆ ਉਗਾਓ ਹੋਣ 7 ਤੋਂ 8 ਦਿਨ ਤੋਂ ਬਾਅਦ। ਅੱਛਾ, ਜਿੰਨੇ ਦਿਨ ਉਗਾਓ ਨਹੀਂ ਹੁੰਦਾ ਰੋਜ਼ਾਨਾ ਸ਼ਾਮ ਸ਼ਾਮ ਨੂੰ ਨੂੰ ਪਾਣੀ ਲਾਉਣਾ ਵਾ। ਭਰਨੀ ਹੈ। ਜਦੋਂ ਉਗਾਓ ਹੋ ਵੀ ਗਿਆ ਹਾਂਜੀ। ਫਿਰ ਵੀ ਸ਼ਾਮ ਨੂੰ ਪਾਣੀ ਹਲਕਾ ਹਲਕਾ ਉਹਦੇ ਨਾਲ ਵਿੱਚ ਪੈਪ ਦੇ ਨਾਲ ਤੋੜ ਦੇਣਾ ਪਾਣੀ। ਅੱਛਾ, ਜਿੰਨੇ ਦਿਨ ਨਹੀਂ ਉਗਿਆ 7 ਦਿਨ, ਉਹਨੇ ਦਿਨ ਭਰਨਾ ਮੈਨੂੰ। ਹਾਂਜੀ ठीक है, पूरी क्यारी जड़ी है ना सारी भर जाए एन मुकम्मल। ठीक है। अच्छा, एक चीज मैं आपको बताता चलूं कि जब आपने पनीरी की बिजाई करनी है और पानी लगाना है तो आपने ये शाम के टाइम करना है। तो जो डीएपी हमने ऊपर डाली है वो डालने का मकसद भी ये है कि डीएपी जिस तरह कहते हैं जी को गर्म खाद होती है, तो वो डायरेक्ट कॉन्टैक्ट नहीं होता उसका सीड के साथ ना, और वो पानी के साथ जो है वो हल होके, ठीक है, वो नीचे ज़मीन में जाती है। तो इसलिए उसका जो है ना बीज को उस खाद का फ़ायदा होता है। उम्मीद है कि ये तरीका आपको पसंद आया होगा और आप इसको अपने फार्म पे इस मेथड को अप्लाई करेंगे। यूनुस भाई जो है वो पिछले 15 से 20 साल से प्याज के जो प्रोग्रेसिव फार्मर हैं वो सिर्फ प्याज लगाते ही नहीं हैं, बल्कि वो 60 से 70 एकड़ की पनीरी हर साल तैयार करते हैं।